गौड़ी बैरागण महला पहला। हरनी होवां बन बसां कंध मूल चुन खाओ। गुर प्रसादी मेरा सहो मिलै वार वार हों जाऊं जियो। मैं वणजारण राम की तेरा नाम वखर वपार जी रहाओ। कोकल होवां अंब बसां सहज शब्द विचार सहज सुभाए मेरा सौ मिलै दर्शन रूप अपार। मछली होवां कल विचार कीती सी। मछली होवां जल बसां जी जंत सब सार उर्वार पार मेरा सौ वसै हो मिलोगी बाँ पसार। नागण होवां धर बसां विचार अज जो आपां करनी है। नागण होवां धर वसां शब्द वसै भव जाए नानक सदा सुहागणी जिन ज्योति ज्योत समाए। प्यारे खालसा जीओ, अज दी जो गुरबाणी विच पातशाह गल कहंदे आ, कल दी तुक नाल आपां लड़ी जोड़दे आ। गुरु साहब ने कल दस्सिया सी मछली वर्गी सुरत बन जे, सिख मछली वर्गा बन जे। जिवें मच्छी पानी तो बिना नहीं रह सकदी, गुरु दा सिख सिੱਖਿਆ गुरु दी जिहड़ी दित्ती होई है ਉਹਦੇ ਨਾਲ ਜੀਵਨ ਗਠਬੰਧਨ ਏਡਾ ਤਕੜਾ ਬਣ ਜੇ, ਜੀਵਨ ਉਹਦੇ ਨਾਲ ਰਲ ਮਿਲ ਐਵੇਂ ਜਾਵੇ, ਬਸ ਆਉਂਦੇ ਹੋਏ ਸਾਹਾਂ ਦਾ ਕੇਂਦਰ ਬਣ ਜੇ ਗੁਰਬਾਣੀ। ਗੁਰੂ ਦੀ ਸਿੱਖਿਆ, ਮਾੜੇ ਪਾਸੇ ਜਾਣਾ ਨਹੀਂ, ਚੰਗੇ ਕੰਮ ਕਰਨੇ ਆ, ਅਵਗੁਣਾਂ ਨੂੰ ਛੱਡਣਾ। ਤੇ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਦੋਂ ਗੁਰੂ ਦਾ ਸਿੱਖ ਪੂਰੇ ਧਿਆਨ ਨਾਲ ਜਿਉਂਦਾ, ਪਾਤਸ਼ਾਹ ਕਹਿੰਦੇ ਉਸ ਸਿੱਖ ਦੀ ਸੁਰਤ ਮੱਛੀ ਵਰਗੀ ਆ। ਜਿਵੇਂ ਮੱਛੀ ਨੂੰ ਪਾਣੀ ਤੋਂ ਅੱਡ ਨਹੀਂ ਕੀਤਾ ਜਾ ਸਕਦਾ, ਸਿੱਖ ਨੂੰ ਗੁਰਬਾਣੀ ਦੇ ਗਿਆਨ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਕੋਈ ਮਾੜੇ ਪਾਸੇ ਉਹਨੂੰ ਲਾ ਨਾ ਸਕੇ, ਐਸੇ ਬਣ ਜਾਣ। ਤੇ ਇਸ ਸੰਸਾਰ ਵਿੱਚੋਂ ਜਿਹੜੇ ਝਗੜੇ ਐ, ਝਮੇਲੇ ਐ, ਦੁਵਿਧਾਵਾਂ ਨੇ, ਸਾਡੇ ਮਨ ਦੇ ਦਵੰਦ ਹੈ, ਅੰਦਰੋਂ ਅੰਦਰ ਹੀ ਸਾਡੇ ਅੰਦਰ ਝਗੜੇ ਪੈਦਾ ਹੁੰਦੇ ਆ, ਰੋਗ ਹੈ ਮਨ ਦੇ। ਇਸ ਸਾਰੇ ਕਾਸੇ ਤੋਂ ਪਾਰਲੇ ਪਾਸੇ ਪਰਮਾਤਮਾ ਜੋ ਹੈਗਾ, ਜਿਹਦੀ ਹੋਂਦ ਹੈ, ਉਰਵਾਰ ਪਾਰ ਪਰਲੇ ਪਾਸੇ ਮੇਰਾ ਸਹੋ ਵਸੈ ਮੇਰਾ ਪ੍ਰੀਤਮ ਰਹਿੰਦਾ, ਉਹਦੇ ਨਾਲ ਮਿਲਣਾ ਤਾਂ ਇਹ ਸਾਰਾ ਕੁਛ ਛੱਡਣਾ ਪਊ। ਝਗੜੇ, ਝਮੇਲੇ, ਲੋਭ, ਅਹੰਕਾਰ, ਕਾਮ, ਕ੍ਰੋਧ, ਮੋਹ, ਇਹਨਾਂ ਨੂੰ ਵਸ 'ਚ ਕਰਕੇ, ਇਹਨਾਂ ਘੋੜਿਆਂ ਨੂੰ ਵਸ 'ਚ ਕਰਕੇ ਤਾਂ ਮੇਰਾ ਜੀਵਨ ਰੂਪੀ ਰੱਥ, ਮੇਰੇ ਜੀਵਨ ਰੂਪੀ ਜਿਹੜੀ ਮੈਂ ਬੱਗੀ ਉੱਤੇ ਚੜ੍ਹ ਕੇ ਬੈਠਾ, ਉਹ ਤਾਂ ਹੀ ਪਰਮਾਤਮਾ ਰੂਪੀ ਮੰਜ਼ਿਲ ਤੇ ਪਹੁੰਚ ਸਕਦਾ ਜੇ ਮੈਂ ਇਹਨਾਂ ਘੋੜਿਆਂ ਨੂੰ ਵਸ 'ਚ ਰੱਖਾਂ। ਪਾਤਸ਼ਾਹ ਦੀ ਗੁਰਬਾਣੀ ਕਹਿੰਦੀ ਆ, ਪੰਜੇ ਇੰਦਰੀਆਂ ਵਸ ਕਰ ਦਿੱਤੀ ਆਉਣ ਸਭ ਸਤਵੰਤਾ ਸਾੜਾ, ਜਿੱਥੇ ਲਾਈਆਂ ਤਿੱਥੇ ਲੱਗਦੀਆਂ ਨਹੀਂ ਖਿੰਚੋ ਤਾੜਾ। ਸ਼ੁਰੂਆਤ ਦੇ ਵਿੱਚ ਕੀ ਹੁੰਦਾ ਹੈ, ਜਦੋਂ ਆਪਦੀ ਅੱਖ ਨੂੰ, ਆਪਦਿਆਂ ਕੰਨਾਂ ਨੂੰ, ਆਪਦਿਆਂ ਹੱਥਾਂ ਨੂੰ, ਆਪਦਿਆਂ ਪੈਰਾਂ ਨੂੰ ਵਸ 'ਚ ਕਰੋਗੇ ਨਾ, ਗੁਰੂ ਸਾਹਿਬ ਕਹਿੰਦੇ ਮੁਸ਼ੱਕਤ ਕਰਨੀ ਪਊਗੀ। ਅੱਖ ਟੀਵੀ ਦੇਖਣਾ ਚਾਹੁੰਦੀ ਹੈ, ਅੱਖਾਂ ਲੋਚਦੀਆਂ ਟੀਵੀ ਨੂੰ ਦੇਖਣਾ, ਗਾਣਿਆਂ ਨੂੰ ਸੁਣਨਾ, ਟਰੈਕਟਰ ਉੱਤੇ ਬਹਿ ਕੇ ਜਾਂ ਗੱਡੀ 'ਚ ਜਾਂਦੇ ਹੋਏ ਜਾਂ ਘਰੇ ਜਦੋਂ ਵਿਹਲੇ ਬੈਠੇ ਐ, ਦਿਲ ਲੋਚਦਾ, ਕੰਨ ਚਾਹੁੰਦੇ ਆ, ਕੰਨ ਮੋਹ ਕਰਦੇ ਆ, ਕੰਨਾਂ ਨੂੰ ਭੁੱਖ ਲੱਗਦੀ ਆ ਵੀ ਕੋਈ ਗਾਣਾ ਵੱਜੇ ਸੁਣਾ ਮੈਂ। ਪੈਰ ਚਾਹੁੰਦੇ ਆ ਕਿਸੇ ਪਾਸੇ ਜਾਈਏ, ਹੱਥ ਚਾਹੁੰਦੇ ਆ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਕਰੀਏ। ਸਾਡੀਆਂ ਕਰਮ ਇੰਦਰੀਆਂ, ਗਿਆਨ ਇੰਦਰੀਆਂ ਸਾਡੇ ਵੱਸ 'ਚ ਹੈ ਨਹੀਂ, ਅਸੀਂ ਉਹਨਾਂ ਦੇ ਵੱਸ 'ਚ ਆ। ਅਸੀਂ ਅੱਖਾਂ ਦੇ ਵੱਸ 'ਚ ਆ, ਅੱਖਾਂ ਦੇ ਗੁਲਾਮ, ਜੀਭ ਦੇ ਗੁਲਾਮ, ਕੰਨਾਂ ਦੇ ਗੁਲਾਮ, ਪੈਰਾਂ ਦੇ ਗੁਲਾਮ, ਹੱਥਾਂ ਦੇ ਗੁਲਾਮ, ਸਰੀਰ ਦੇ ਗੁਲਾਮ, ਸੁਗੰਧ ਦੇ ਗੁਲਾਮ, ਇਹ ਸਾਰੇ ਕਾਸੇ ਦੇ ਗੁਲਾਮ ਆ। 10 ਰਾਜ ਕਰ ਰਹੇ ਆ ਸਾਡੇ ਉੱਤੇ, 5 ਗਿਆਨ ਇੰਦਰੇ ਤੇ 5 ਕਰਮ ਇੰਦਰੇ, ਜਿਨ੍ਹਾਂ ਨਾਲ ਕੰਮ ਹੁੰਦਾ, ਜਿਨ੍ਹਾਂ ਨਾਲ ਗਿਆਨ ਲਿਆ ਜਾਂਦਾ। ਅੱਖਾਂ ਹੋ ਗਈਆਂ ਸੁਗੰਧ ਲੈਣਾ, ਮੂੰਹ ਹੋ ਗਿਆ ਸਪਰਸ਼, ਹੋ ਗਿਆ ਕੰਨ ਹੋ ਗਏ ਸਾਡੇ ਉੱਤੇ, ਇਹ ਵੀ ਰਾਜ ਕਰਦੇ ਆ। ਗੁਰੂ ਸਾਹਿਬ ਕਹਿੰਦੇ ਜਿਵੇਂ ਜਿਵੇਂ ਬੰਦੇ ਉੱਤੇ ਰਾਜ ਇਹਨਾਂ ਚੀਜ਼ਾਂ ਦਾ ਬਣਿਆ ਰਹਿੰਦਾ ਹੈ, ਬੰਦਾ ਇਹਨਾਂ ਚੀਜ਼ਾਂ ਦੇ ਕਾਬਜ ਰਹਿੰਦਾ। ਆਪਾਂ ਇੱਥੇ ਸਾਰੇ ਜਾਣੇ ਬੈਠੇ ਹਾਂ,
ਤੁਸੀਂ ਆਪਦੇ ਮਨ ਵਿੱਚ ਸੋਚੋ ਵੀ ਤੁਸੀਂ ਉਸ ਬੰਦੇ ਕੋਲ ਬੈਠਣਾ ਪਸੰਦ ਕਰੋਗੇ ਜਿਹੜਾ ਮਾੜੇ ਪਾਸੇ ਜਾਂਦਾ, ਹੱਥਾਂ ਨਾਲ ਮਾੜੇ ਕੰਮ ਕਰਦਾ, ਅੱਖਾਂ ਨਾਲ ਮਾੜਾ ਵੇਂਹਦਾ, ਕੰਨਾਂ ਨਾਲ ਮਾੜਾ ਸੁਣਦਾ, ਜਿਹਨੂੰ ਜੀਭ ਦੇ ਰਸ ਵਾਲੇ ਹੈ, ਜੀਭ ਦਿਆਂ ਰਸਾਂ ਜਿਹਾਂ ਨੂੰ ਲੈਂਦਾ। ਕੀ ਤੁਸੀਂ ਆਪਦਾ ਸੰਬੰਧ ਇਹੋ ਜਿਹੇ ਬੰਦੇ ਨਾਲ ਜੋੜਨਾ ਚਾਹੋਗੇ? ਕਿਉਂਕਿ ਜੇ ਕੱਲ ਦੇ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਉਹਦੇ ਰਾਹ 'ਚ ਰੋੜਾ ਬਣਦੇ ਹੋਏ, ਉਹ ਸਾਨੂੰ ਵੀ ਪਰਾਂ ਹਟਾ ਸਕਦਾ। ਉਹ ਇੰਦਰੀਆਂ ਉਹਦੇ ਉੱਤੇ ਇੰਨੀਆਂ ਕਾਬਜ਼ ਨੇ, ਉਹਨੂੰ ਇੰਦਰੀਆਂ ਦੇ ਰਸ ਤੋਂ ਸਿਵਾਏ ਹੋਰ ਜੀਵਨ ਦੇ ਵਿੱਚ ਕੋਈ ਸੁੱਖ ਨਹੀਂ ਲੱਗਦਾ। ਉਹਨੂੰ ਐਂ ਲੱਗਦਾ ਦੁਪਹਿਰੇ ਰੋਟੀ ਖਾ ਲਈ ਤੇ ਵਧੀਆ ਮਤਲਬ ਵਧੀਆ ਤੜਕੇ ਛੜਕੇ ਲੱਗੇ ਹੋਣ, ਹੱਥ ਨੇ ਫਿਰ ਸ਼ਰਾਬ ਵਗੈਰਾ ਪੀਤੀ ਜਾਵੇ, ਦਿਨੇ ਫਿਰ ਮੈਂ ਕਿਤੇ ਘੁੰਮ ਕੇ ਜਾਵਾਂ, ਮਿੱਤਰਾਂ ਕੋਲੇ ਬੈਠਾਂ, ਤਾਸ਼ ਖੇਡਾਂ, ਗੱਲਾਂ ਬਾਤਾਂ ਮਾਰਾਂ, ਸਾਰੇ ਪਿੰਡ ਨੂੰ ਗਾਹ ਦਿਆਂ ਫਲਾਨਿਆਂ ਦੇ ਐਂ ਹੋਇਆ ਕੱਲ੍ਹ, ਉਹ ਤਾਂ ਬਾਹਲੇ ਮਾੜੇ ਬੰਦੇ ਆ, ਫਲਾਨਿਆਂ ਦੇ ਉਹ ਥੋੜ੍ਹੇ ਜਿਹੇ ਚੰਗੇ ਹੁੰਦੇ ਸੀ, ਹੁਣ ਉਹ ਵੀ ਇੱਧਰਲੇ ਪਾਸੇ ਲੱਗ ਗਏ, ਫਲਾਨੇ ਉਹ ਤਾਂ ਬਸ ਉਹਨਾਂ ਦੀ ਤਾਂ ਗੱਲ ਹੀ ਨਾ ਕਰੋ। ਇਹ ਗੱਲਾਂ ਕਰਾਂ, ਇਹ ਬੰਦਾ ਕਾਬਜ਼ ਹੋਇਆ ਹੋਇਆ ਇਹਦੇ ਉੱਤੇ, ਇਹ ਬੰਦਾ ਬਹੁਤ ਖਤਰਨਾਕ ਆ। ਇਹਦੇ ਕੋਲ ਬਹਿ ਕੇ ਰੋਗ ਹੀ ਮਿਲੂਗਾ, ਇਹਦੇ ਕੋਲ ਬਹਿ ਕੇ ਪਰਿਵਾਰ 'ਚ ਝਗੜੇ ਪੈਦਾ ਹੋਣਗੇ, ਮੇਰਾ ਮਨ ਅਸ਼ਾਂਤ ਹੀ ਹੋਊਗਾ, ਮੈਨੂੰ ਸਹਿਜ ਤੇ ਸੁੱਖ ਨਹੀਂ ਮਿਲ ਸਕਦਾ। ਹੁਣ ਗੁਰੂ ਸਾਹਿਬ ਕਹਿੰਦੇ ਜਿਵੇਂ ਸਿੱਖ ਜਦੋਂ ਜਾਗਦਾ ਹੈ ਨਾ, ਬਾਣੀ ਕਹਿੰਦੀ ਗੁਰੂ ਸਿੱਖ ਨੂੰ ਨਾ ਹੌਲੀ ਹੌਲੀ ਜਗਾਉਂਦਾ ਹੈ। ਜਦੋਂ ਕੋਈ ਬੰਦਾ ਸੁੱਤਾ ਪਿਆ ਹੋਵੇ, ਸੌਖਾ ਜਿਹਾ ਉਦਾਹਰਨ ਲੈ ਲਓ ਵੀ ਛੀਂ ਲੱਗਿਆ ਹੋਇਆ, ਮੋਟਰ ਚੱਲੀ ਜਾਂਦੀ ਆ, ਸਟਾਰਟਰ ਦਾ ਉਹ ਹਰਾ ਬਟਨ ਦੱਬਿਆ ਹੋਇਆ, ਮੋਟਰ ਚੱਲੀ ਜਾਂਦੀ ਆ, ਧਾਰ ਵਗੀ ਜਾਂਦੀ ਆ, ਨਾਕਾ ਟੁੱਟਣ ਵਾਲਾ। ਤੁਹਾਨੂੰ ਪਤਾ ਜਿਹੜਾ ਬੰਦਾ ਪਾਣੀ ਲਾਉਂਦਾ ਉਹ ਸੁੱਤਾ ਪਿਆ ਗਹਿਰੀ ਨੀਂਦ 'ਚ, ਰਾਤ ਦਾ ਨੀਂਦਰਾ, ਉਹਨੂੰ ਤੁਸੀਂ ਕੀ ਕੀਤਾ? ਉਹਨੂੰ ਆ ਕੇ ਦੂਰੋਂ ਆਵਾਜ਼ ਮਾਰੀ, ਗੇਟ ਖੜਕਾਇਆ, ਨਹੀਂ ਉੱਠਿਆ। ਤੁਸੀਂ ਕਿਹਾ ਵੀ ਵੱਟ ਟੁੱਟ ਜੂਗੀ, ਅਗਲਿਆਂ ਨੇ ਆ ਕੇ ਘੇਰ ਲੈਣਾ ਤੈਨੂੰ, ਪਰਲੇ ਪਾਸੇ ਦੂਜਿਆਂ ਦੀ ਜ਼ਮੀਨ ਆ, ਉਹਨਾਂ ਦਾ ਤਾਂ ਪਹਿਲਾਂ ਭਰਿਆ ਪਿਆ, ਉਦੋਂ ਟੁੱਟ ਕੇ ਪਰਲੇ ਪਾਸੇ ਕੁਛ ਹੋਰ ਬੀਜਿਆ, ਉਹਦੇ ਵਿੱਚ ਵੜੂਗਾ, ਤੂੰ ਤਾਂ ਝਗੜਾ ਖੜਾ ਕਰ ਦੇਂਗਾ। ਉੱਠ ਜਾ ਭਾਈ, ਇਸ ਸਮੇਂ ਸੌਣ ਦਾ ਵੇਲਾ ਹੈ ਨੀ ਗਾ, ਉੱਠ ਕੇ ਆਪਦਾ ਜਿਹੜਾ ਕੰਮ ਹੈ ਸੰਭਾਲ ਲਾ, ਇਹਨੂੰ ਧਿਆਨ ਦੇ, ਜਿਹੜਾ ਕੰਮ ਸਹੇੜੀ ਬੈਠਾ। ਨਾ ਉੱਠਿਆ, ਥੋੜ੍ਹਾ ਜਿਹਾ ਰੌਲਾ ਰੂਲਾ ਜਿਹਾ ਪਾਇਆ, ਅੱਗੇ ਜਾ ਕੇ ਪਾਣੀ ਦੇ ਛਿੱਟੇ ਛੁੱਟੇ ਮਾਰੇ, ਮਾੜਾ ਮੋਟਾ ਉਂਘਿਆਇਆ ਜਾਂ ਉੱਠਿਆ, ਛੇਤੀ ਦੇ ਨੇ ਜਾ ਕੇ ਉਹਨੇ ਨੱਕਾ ਬਦਲਿਆ, ਬਚ ਗਿਆ। ਕਿਉਂਕਿ ਜਿਹੜੇ ਪਰਲੇ ਵਾਲੇ ਆ, ਉਹ ਜਿਹੜੇ ਪਰਲੇ ਵਾਲੇ ਸਰਦਾਰ ਆ ਜਾਂ ਜਿਨ੍ਹਾਂ ਦੀ ਪਰਲੀ ਜ਼ਮੀਨ ਹੈ, ਉਹ ਵੀ ਬਹੁਤ ਕਰੜੇ ਆ, ਉਹਨਾਂ ਨਾਲ ਪਹਿਲਾਂ ਹੀ ਲੱਗਦੀ ਸੀ। ਹੁਣ ਇਹੀ ਚੀਜ਼ ਸਾਡੀ ਜ਼ਿੰਦਗੀ 'ਚ ਇੱਕ ਹੋਰ ਪਾਸੇ, ਹੋਰ ਜ਼ਮੀਨ 'ਚ, ਹੋਰ ਖੇਤ 'ਚ ਹੋ ਰਹੀ ਹੈ, ਸਾਡੇ ਮਨ ਰੂਪੀ ਭੂਮੀ ਦੇ ਵਿੱਚ। ਪਾਤਸ਼ਾਹ ਸਾਨੂੰ ਜਗਾਉਂਦੇ ਆ। ਗੁਰੂ ਸਾਹਿਬ ਕਹਿੰਦੇ ਬੰਦਾ ਬਹੁਤ ਗਹਿਰੀ ਨੀਂਦ ਸੁੱਤਾ, ਗਾਫਲ ਹੋਇਆ ਪਿਆ, ਇੰਨੀ ਗਹਿਰੀ ਨੀਂਦ ਸੁੱਤਾ, ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਇਹਦਾ ਘਰ ਲੁੱਟਿਆ ਜਾ ਰਿਹਾ। ਇਹਦੇ ਘਰ ਇਹਦਾ ਖੇਤ ਦੇ ਵਿੱਚ ਜਿਹੜੀ ਪੱਕੀ ਕਣਕ ਉਹ ਵੱਢੀ ਜਾ ਰਹੀ ਹੈ, ਘਰ ਲੁੱਟਿਆ ਜਾ ਰਿਹਾ, ਕਮਾਈਆਂ ਘਰੋਂ ਜਾ ਰਹੀਆਂ, ਸਾਰੇ ਖਜ਼ਾਨੇ ਇਹਦੇ ਵਿਦਾ ਹੋ ਰਹੇ ਆ, ਇਹ ਕੰਗਾਲ ਹੋ ਰਿਹਾ, ਫੇਰ ਸੁੱਤਾ ਪਿਆ। ਜਾਗ ਲੇਹੋ ਰੇ ਮਨ ਜਾਗ ਲੇਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਿਹੜਾ ਤੇਰੇ ਸਰੀਰ ਨਾਲ ਪੈਦਾ ਹੋਇਆ ਨਾ, ਜਿਹੜੇ ਸਰੀਰ ਨਾਲ ਤੁਰਿਆ ਫਿਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ, ਤੇਰੇ ਨਾਲ ਤਾਂ ਇਹਨੇ ਵੀ ਨਹੀਂ ਜਾਣਾ, ਤੇ ਤੂੰ ਇਹਨਾਂ ਦੇ ਕਾਬਜ਼, ਇਹਨਾਂ ਦਾ ਗੁਲਾਮ ਬਣਿਆ ਹੋਇਆ। ਜਾਗਦਾ ਕਿਉਂ ਨਹੀਂ? ਅੱਖ ਖੋਲ। ਫਿਰ ਨਹੀਂ ਜਾਗਦਾ, ਫਿਰ ਗੁਰੂ ਸਾਹਿਬ ਜਗਾਉਂਦੇ ਆ, ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ। ਜਿਹੜੇ ਜਾਗ ਗਏ ਉਹ ਗੁਰੂ ਦੇ ਵੱਲ ਹੋ ਗਏ, ਤੇ ਜਿਹੜੇ ਸੁੱਤੇ ਰਹਿ ਗਏ ਉਹ ਲੁੱਟੇ ਗਏ। ਉਹਨਾਂ ਦੇ ਘਰ-ਬਾਰ ਜੋ ਇਕੱਠਾ ਕੀਤਾ ਸੀ ਸਭ ਵਿਦਾ ਹੋ ਗਿਆ, ਚੋਰ ਲੈ ਗਏ ਲੁੱਟ ਕੇ। ਕੰਧਾਂ ਟੱਪ ਕੇ ਆਏ ਉਹ, ਇਹ ਸੁੱਤਾ ਪਿਆ ਸੀ, ਨਹੀਂ ਜਾਗਿਆ। ਗੁਰੂ ਕੀ ਕਰਦਾ? ਗਿਆਨ ਦੇ ਛਿੱਟੇ ਮਾਰਦਾ, ਕਰੜੇ ਵੀ ਬੋਲਦਾ, ਆਵਾਜ਼ ਵੀ ਉੱਚੀ ਦਿੰਦਾ, ਗੇਟ ਵੀ ਖੜਕਾਉਂਦਾ, ਹਰ ਹੀਲਾ ਕਰਦਾ ਵੀ ਸਿੱਖ ਨੂੰ ਜਗਾਇਆ ਜਾ ਸਕੇ, ਤਾਂ ਕਿ ਉਹ ਇਹਨਾਂ ਪੰਜਾਂ ਦੇ ਮੋਹ ਚੋਂ, ਵਸ ਚੋਂ ਬਾਹਰ ਆ ਸਕੇ। ਇਹ ਜਿਹੜੇ ਕਾਬਜ਼ ਹੋਏ ਪਏ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਹੋ ਗਏ, ਜਾਂ ਇਹ ਕਹਿ ਲਓ ਜਿੰਨੀਆਂ ਸਾਡੀਆਂ ਗਿਆਨ ਇੰਦਰੀਆਂ ਜਾਂ ਹੋਰ ਜਿੰਨੇ ਆ, ਉਹ ਸਾਡੇ ਵੱਸ 'ਚ ਹੋ ਕੇ ਤੁਰਨ। ਅੱਖਾਂ ਨੂੰ ਮੈਂ ਵਰਤਾਂ, ਮੈਨੂੰ ਅੱਖਾਂ ਕਿਉਂ ਵਰਤਣ? ਮੈਂ ਕੰਨਾਂ ਨੂੰ ਵਰਤਾਂ, ਕੰਨਾਂ ਨੂੰ ਮੈਂ ਕੀ ਸੁਣਾਉਣਾ ਚਾਹੁੰਦਾ? ਵੀ ਗੁਰਬਾਣੀ ਸੁਣ। ਤੇ ਕੰਨ ਕਹਿੰਦੇ ਆ ਵੀ ਉਬਾਸੀਆਂ ਜਿਹੀਆਂ ਲੈਣ ਲੱਗ ਗਿਆ ਸਰੀਰ, ਵੀ ਮੈਂ ਨਹੀਂ ਸੁਣਨਾ ਚਾਹੁੰਦਾ। ਮੈਂ ਕੀ ਕਿਹਾ? ਵੀ ਚੁੱਪ ਕਰਕੇ ਇੱਥੇ ਬੈਠਾ ਰਹਿ,
ਇਹ ਚੰਗੀ ਸਿੱਖਿਆ ਲੈਣੀ ਪੈਣੀ ਆ। ਗੁਰੂ ਦੀ ਸਿੱਖਿਆ ਮਿਲ ਰਹੀ ਆ, ਚੁੱਪ ਕਰਕੇ ਸੁਣ ਲਾ, ਹੋਰ ਕਿਸੇ ਪਾਸੇ ਨਹੀਂ ਜਾਣਾ। ਜਿਵੇਂ ਜਵਾਕ ਚੌੜ ਨਹੀਂ ਕਰਨ ਲੱਗ ਜਾਂਦਾ, ਰਿਸ਼ਤੇਦਾਰ ਆਏ ਹੁਣ ਤੁਸੀਂ ਥੋੜ੍ਹਾ ਜਿਹਾ ਝੜਕਦੇ ਨੇ ਵੀ ਟਿਕ ਕੇ ਬਹਿ ਜਾ, 6 ਵਜੇ ਤੱਕ ਘਰੋਂ ਬਾਹਰ ਨਹੀਂ ਨਿਕਲਣਾ, ਫਿਰ ਉਹ ਸਹਿਮ ਜਾਂਦਾ, ਉਹਨੂੰ ਪਤਾ ਲੱਗ ਜਾਂਦਾ, ਉਹਦੇ ਮਨ 'ਚ ਗੱਲ ਵਸ ਜਾਂਦੀ। ਗੁਰੂ ਦਾ ਸਿੱਖ ਸਰੀਰ ਨੂੰ ਵੱਸ 'ਚ ਕਰ ਲੈਂਦਾ। ਜਿਹੜਾ ਚੰਗਾ ਹੈ, ਜਿਹਦੇ ਨਾਲ ਜ਼ਿੰਦਗੀ ਦਾ ਝਗੜਾ ਨਿਬੜਦਾ ਹੈ, ਜਿਹਦੇ ਨਾਲ ਜ਼ਿੰਦਗੀ ਦੀ ਅਸਲੀ ਖੁਸ਼ੀ ਮਿਲਦੀ ਆ, ਜਿਹਦੇ ਨਾਲ ਜੀਵਨ ਦੇ ਵਿੱਚ ਵਿਕਾਸਤਾ ਖਿਲਾਵ ਪੈਦਾ ਹੁੰਦਾ, ਜਿਵੇਂ ਕਮਲ ਦਾ ਫੁੱਲ ਖਿਲਿਆ ਹੁੰਦਾ। ਗੁਰੂ ਦਾ ਸਿੱਖ ਉਹ ਚੀਜ਼ ਨੂੰ ਸੁਣਦਾ ਸੰਗਤ ਵਿੱਚ ਆ ਕੇ, ਉਸ ਚੀਜ਼ ਨੂੰ ਦੇਖਦਾ ਹੈ ਜਿਹਦੇ ਨਾਲ ਜ਼ਿੰਦਗੀ ਅੱਗੇ ਵੱਧਦੀ ਹੈ। ਤੁਹਾਡੀ ਮਰਜ਼ੀ ਹੈ, ਤੁਸੀਂ ਅੱਖਾਂ ਦੇ ਨਾਲ ਟੀਵੀ ਦੇਖ ਸਕਦੇ ਹੋ, ਅੱਖਾਂ ਦੇ ਨਾਲ ਉਹ ਚੀਜ਼ ਦੇਖ ਸਕਦੇ ਹੋ ਜਿਹਦੇ ਨਾਲ ਝਗੜੇ ਪੈਦਾ ਹੋਣਗੇ। ਖਬਰਾਂ ਸੁਣ ਸਕਦੇ ਹੋ, ਮਾੜੀਆਂ ਚੀਜ਼ਾਂ ਦੇਖ ਸਕਦੇ ਹੋ, ਅੱਖਾਂ ਇਹੀ ਹੈ। ਇਸੇ ਨਿਗਾਹ ਨੂੰ ਪੱਟ ਕੇ ਦੂਜੇ ਪਾਸੇ ਲਾ ਸਕਦੇ ਹੋ, ਗੁਰਬਾਣੀ ਕੀਰਤਨ ਸੁਣ ਸਕਦੇ ਹੋ ਜਿਹੜਾ ਟੀਵੀ ਦੇ ਵਿੱਚ ਆਉਂਦਾ। ਚੰਗੀ ਸਿੱਖਿਆ, ਉੱਥੇ ਕੋਈ ਕਥਾ ਚੱਲਦੀ ਹੈ ਉਹਨੂੰ ਲੈ ਸਕਦੇ ਹੋ। ਅੱਜ ਤੁਸੀਂ ਇੱਥੇ ਬੈਠੇ ਹੋ, ਅੱਖਾਂ ਦਾ ਸਹੀ ਇਸਤੇਮਾਲ ਕਰ ਰਹੇ ਹੋ, ਇਹ ਤੁਹਾਡੇ ਵੱਸ 'ਚ ਹੈ ਜੇ ਤੁਸੀਂ ਇੱਥੇ ਬੈਠੇ ਹੋ। ਨਹੀਂ ਤਾਂ ਤੁਸੀਂ 2 ਮਿੰਟ ਨਹੀਂ ਇੱਥੇ ਬਹਿ ਸਕਦੇ। ਗਾਣੇ ਵਾਲੇ ਚੰਗੇ ਲੱਗਦੇ ਆ ਮਨ ਨੂੰ। ਰਹੋ ਵਿਚਾਰ, ਗੁਰਬਾਣੀ ਸਾਨੂੰ ਗੁਲਾਮ ਤੋਂ ਰਾਜਾ ਬਣਾਉਂਦੀ ਹੈ। ਜਿਹੜਾ ਸਰੀਰ ਸਾਨੂੰ ਵਰਤ ਕੇ ਤੇ ਇੱਕ ਦਿਨ ਖਹਿੜਾ ਛੱਡ ਜਾਂਦਾ। ਗੁਰੂ ਸਾਹਿਬ ਨੇ ਪਿਛਲੇ ਸ਼ਬਦ ਵਿੱਚ ਆਖਿਆ ਸੀ ਨਾ, ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹੋ ਸੰਸਾਰੋ। ਇਹ ਕਾਇਆ, ਇਹ ਸਰੀਰ ਸੌਖਾ ਰਹਿਣਾ ਚਾਹੁੰਦਾ, ਇਹ ਔਖਿਆਈ ਨਹੀਂ ਦੇਣਾ ਚਾਹੁੰਦਾ, ਤੇ ਸਾਨੂੰ ਵਰਤ ਦਿੰਦਾ, ਸਾਨੂੰ ਵਰਤਦਾ ਸਾਰੀ ਉਮਰੇ, ਸਾਨੂੰ ਭਜਾਈ ਫਿਰਦਾ ਰਹਿੰਦਾ, ਕਦੇ ਸੁੱਖਾਂ ਪਿੱਛੇ, ਕਦੇ ਦੁੱਖਾਂ ਤੋਂ ਭਜਾਈ ਫਿਰਦਾ ਰਹਿੰਦਾ, ਕਦੇ ਨਿਗਾਹ ਸਾਨੂੰ ਭਜਾਈ ਫਿਰਦੀ ਆ, ਕਦੇ ਕੰਨ ਭਜਾਈ ਫਿਰਦੇ ਆ। ਸਾਰੀ ਉਮਰ ਅਸੀਂ ਇਹਦੇ ਪਿੱਛੇ ਭਜਦੇ ਰਹਿੰਦੇ। ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹੋ ਸੰਸਾਰੋ। ਗੁਰੂ ਸਾਹਿਬ ਕਹਿੰਦੇ ਜੂਆ ਚੱਲਦਾ। ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹੋ ਸੰਸਾਰੋ, ਲੱਭ ਲੋਭ ਮਚ ਕੂੜ ਕਮਾਵੇ ਬਹੁਤ ਉਠਾਵੇਂ ਭਾਰੋ। ਸਰੀਰ ਕਰਕੇ ਤੂੰ ਇੰਨਾ ਭਾਰ ਚੱਕੀ ਫਿਰਦਾ ਸਿਰ ਉੱਤੇ, ਤਾਂ ਹੀ ਤਾਂ ਬਾਹਲਾ ਔਖਾ ਅੰਦਰੋਂ। ਰਹੋ ਵਿਚਾਰ, ਗੁਰਬਾਣੀ ਕੀ ਕਰਦੀ ਆ? ਸਾਨੂੰ ਆਜ਼ਾਦ ਕਰਦੀ ਆ ਸਾਡੀਆਂ ਅੱਖਾਂ ਤੋਂ, ਸਾਡਿਆਂ ਕੰਨਾਂ ਤੋਂ, ਹੱਥਾਂ ਤੋਂ, ਪੈਰਾਂ ਤੋਂ, ਵੀ ਇਹਨੂੰ ਤੁਸੀਂ ਵਰਤੋ, ਤੁਹਾਨੂੰ ਨਾ ਇਹ ਵਰਤੇ। ਜੇ ਇਹ ਹੋਣ ਲੱਗ ਜਾਂਦਾ, ਗੁਰੂ ਸਾਹਿਬ ਕਹਿੰਦੇ ਤੂੰ ਰਾਜਾ ਬਣਨ ਲੱਗ ਗਿਆ, ਫਿਰ ਤੈਨੂੰ ਕੋਈ ਨਹੀਂ ਮਾਰ ਸਕਦਾ, ਫਿਰ ਤੈਨੂੰ ਜ਼ਿੰਦਗੀ 'ਚ ਕੋਈ ਨਹੀਂ ਔਖਾ ਕਰ ਸਕਦਾ। ਗੁਰਬਾਣੀ ਕਹਿੰਦੀ ਆ ਜਿੱਥੇ ਲਾਈਆਂ ਤਿੱਥੇ ਲੱਗਦੀਆਂ ਨੇ ਖਿੰਚੋ ਤਾੜਾ। ਸ਼ੁਰੂਆਤ ਦੇ ਵਿੱਚ ਔਖਾ ਕਰਦੀਆਂ ਇਹ, ਮਨ ਭੱਜ ਜਾਂਦਾ, ਲੇਕਿਨ ਜਿਹੜਾ ਸੂਰਮਾ ਬੰਦਾ ਹੁੰਦਾ, ਉਹ ਸਿੱਖ ਗੁਰੂ ਦਾ ਥਾਪੜਾ ਲੈ ਕੇ ਪੰਜੇ ਬੱਧੇ ਮਹਾਬਲੀ ਦਰ ਸੱਚਾ ਢੋਆ, ਉਹ ਹੌਲੀ ਹੌਲੀ ਇਹਨਾਂ ਨੂੰ ਵੱਸ 'ਚ ਕਰ ਲੈਂਦਾ। ਨਿਹੱਤੇ 5 ਜਵਾਨ ਮੈਂ ਗੁਰੂ ਥਾਪੀ ਦਿੱਤੀ ਕੰਡ ਜੀਓ। ਜਦੋਂ ਨਾ ਕੋਈ ਪਹਿਲਵਾਨ ਹੈ ਜਿਹੜਾ ਹਾਰਦਾ ਹੋਵੇ, ਤੇ ਉਹਦਾ ਗੁਰੂ ਆਉਂਦਾ, ਜਦੋਂ ਵਿੱਚ ਉਹਦੇ ਇੰਟਰਵੈਲ ਹੁੰਦਾ ਨਾ 2 ਮਿੰਟ ਵਾਸਤੇ, ਉਹ ਸਾਹ ਲੈਂਦੇ ਆ ਆਪਦਾ ਜਾ ਕੇ, ਉਸ ਟਾਈਮ ਤੇ ਉਹਨੂੰ ਥਾਪੜੀ ਦਿੰਦਾ ਵੀ ਕੋਈ ਨਹੀਂ ਪੁੱਤ ਮੈਂ ਤੇਰੇ ਨਾਲ ਆ। ਆਹ ਜਿਹੜੀ ਥਾਪੜੀ ਹੈ, ਜਿਹੜੀ ਉਹਨੂੰ ਥਾਪੀ ਮਾਰੀ ਆ ਉਹਦੇ ਢੂਈ ਦੇ ਉੱਤੇ, ਬੈਕ ਸਾਈਡ ਦੇ ਉੱਤੇ, ਉਹਦੇ ਮੋਢੇ ਉੱਤੇ ਜਿਹੜਾ ਉਹਨੇ ਹੱਥ ਰੱਖਿਆ, ਉਹਦੇ ਕੰਨ ਵਿੱਚ ਆਖਿਆ ਵੀ ਮੈਂ ਤੇਰੇ ਨਾਲ ਹੈ। ਆਖੀ ਗਈ ਗੱਲ ਆ, ਮਾਰੀ ਹੋਈ ਥਾਪੀ ਹੈ, ਦਿੱਤਾ ਹੋਇਆ ਹੌਸਲਾ ਉਹਦੇ ਅੰਦਰ ਤਾਕਤ ਪੈਦਾ ਕਰ ਦਿੰਦਾ, ਫਿਰ ਉਹ ਢਾਹ ਲੈਂਦਾ ਜਾ ਕੇ। ਗੁਰੂ ਸਾਹਿਬ ਕਹਿੰਦੇ ਨਿਹੱਤੇ 5 ਜਵਾਨ ਮੈਂ ਸਿੱਖ ਨੇ ਗੁਰੂ ਦਾ ਥਾਪੜਾ ਲਿਆ। ਕੰਡ ਕਹਿੰਦੇ ਢੂਈ ਨੂੰ, ਗੁਰ ਥਾਪੀ ਦਿੱਤੀ ਕੰਡ ਜੀਓ। ਉਹਨੇ ਢੂਈ ਦੇ ਉੱਤੇ ਆ ਕੇ ਥਾਪੜੀ ਮਾਰੀ। ਮੇਰੇ ਪਾਤਸ਼ਾਹ ਨੇ, ਗੁਰੂ ਨੇ ਮੈਨੂੰ ਆਖਿਆ ਵੀ ਤੂੰ ਦੱਬ ਲੇਗਾ, ਤੂੰ ਸਰੀਰ ਦੇ ਮਾਰ ਨਹੀਂ ਖਾਂਦਾ, ਤੂੰ ਗੁਲਾਮ ਬਣ ਥੋੜ੍ਹੀ ਆਇਆ ਇੱਥੇ, ਅੱਖਾਂ ਤੈਨੂੰ ਥੋੜ੍ਹੀ ਵੱਸ 'ਚ ਕਰ ਲੈਣੀਆਂ, ਕੰਨਾਂ ਦਾ ਕੀ ਮਜਾਲ, ਇਹਨਾਂ ਦੀ ਔਕਾਤ ਕੀ ਆ, ਅਗਾਂਹ ਵੱਧ ਮੈਂ ਤੇਰੇ ਨਾਲ ਆ। ਜਦੋਂ ਮੈਂ ਸੰਗਤ 'ਚ ਆਇਆ, ਮੈਨੂੰ ਹੌਸਲਾ ਐਡਾ ਦਿੱਤਾ, ਥਾਪੜੀ ਐਡੀ ਤਗੜੀ ਮਾਰੀ, ਮੇਰੇ ਅੰਦਰ ਹੌਸਲਾ ਆ ਗਿਆ, ਤਾਕਤਵਰ ਹੋ ਕੇ ਮੈਂ ਅੱਗੇ ਵਧਿਆ। ਨਿਹੱਤੇ 5 ਜਵਾਨ ਮੈਂ ਸਾਰੇ ਹਰਾਤੇ ਚੱਕ ਕੇ, ਸਾਰੇ ਢਾਲੇ ਇੱਕੋ ਇੱਕ ਵਾਢੇ ਤੋਂ ਲੱਗ ਗਿਆ। ਬਸ ਉਹ ਗੁਰੂ ਦੇ ਹੌਸਲੇ ਨੇ ਐਡਾ ਕੰਮ ਕੀਤਾ। ਪਾਤਸ਼ਾਹ ਕਹਿੰਦੇ ਉਰਵਾਰ ਪਾਰ ਮੇਰਾ 100 ਵਸੈ, ਇਸ ਸਾਰੇ ਕਾਸੇ ਤੋਂ ਗੁਲਾਮੀਆਂ ਤੋਂ ਪਾਰ ਲੰਘ ਕੇ ਜਿਹਨੂੰ ਮਿਲਿਆ ਜਾ ਸਕਦਾ ਹੈ, ਮੇਰਾ 100 ਉੱਥੇ ਰਹਿੰਦਾ ਪ੍ਰਮਾਤਮਾ। ਗੁਰੂ ਨੇ ਪ੍ਰਮਾਤਮਾ ਕੋਲ ਸਾਨੂੰ ਲੈ ਕੇ ਜਾਣਾ ਹੈ। ਸੰਗਤ ਵਿੱਚ ਗੁਰੂ ਸਾਨੂੰ ਸਿੱਖਿਆ ਦਿੰਦਾ ਹੈ, ਸਿੱਖਿਆ ਤੇ ਚੱਲ ਕੇ ਅਸੀਂ ਪ੍ਰਮਾਤਮਾ ਦੇ ਨੇੜੇ ਹੁੰਦੇ ਜਾਂਦੇ ਹਾਂ, ਪ੍ਰਮਾਤਮਾ ਹੀ ਬਣਦੇ ਜਾਂਦੇ ਹਾਂ। ਅਗਲੀ ਤੁਕ ਵਿੱਚ ਅੱਜ ਦੀ ਵਿੱਚ ਗੁਰੂ ਸਾਹਿਬ ਕੀ ਕਹਿੰਦੇ? ਨਾਗਣ ਹੋਵਾਂ ਧਰ ਵਸਾਂ। ਨਾਗਣ ਹੋਵਾਂ, ਮੈਂ ਨਾ ਆਪਣੀ ਸਾਰੀ ਸੁਰਤ, ਨਾਗਣੀ ਹੈ ਜਿਹੜੀ ਆ ਸੱਪ ਹੈ, ਉਹਨਾਂ ਵਿੱਚ ਇੱਕ ਕੁਆਲਿਟੀ ਹੁੰਦੀ ਹੈ,
ਸਾਰੀ ਉਮਰ ਉਹ ਧਰਤੀ ਉੱਤੇ ਰੇਂਗਦੇ ਆ, ਧਰਤੀ ਨੂੰ ਕਦੇ ਨਹੀਂ ਛੱਡਦੇ, ਜਮਾਂ ਨੀਵੇਂ ਹੋ ਕੇ ਚੱਲਦੇ ਆ, ਰੇਂਗ ਕੇ ਚੱਲਦੇ ਆ। ਤੁਸੀਂ ਐਂ ਦੇਖੋ, ਸੱਪ ਹੁੰਦਾ ਜਿਹੜਾ, ਉਹਦੇ ਪੈਰ ਨਹੀਂ ਹੁੰਦੇ, ਉਹਦੀ ਚਮੜੀ ਪ੍ਰਮਾਤਮਾ ਨੇ ਐਸੀ ਬਣਾਈ ਆ, ਸਕਿਨ ਜਿਹਨੂੰ ਕਹਿੰਦੇ ਆਪਾਂ, ਉਹ ਜਦੋਂ ਹਿਲਦੀ ਆ ਤਾਂ ਉਹ ਅੱਗੇ ਤੁਰਦਾ। ਸਪੀਡ ਬਹੁਤ ਹੁੰਦੀ ਉਹਦੀ, ਕਿੰਨਾ ਤੇਜ਼ ਹੁੰਦਾ ਉਹ, ਡਾਹ ਨਹੀਂ ਦਿੰਦਾ ਕਿਸੇ ਨੂੰ। ਉਹ ਜਿਵੇਂ ਜਿਸ ਤਰੀਕੇ ਦੇ ਨਾਲ ਧਰਤੀ ਉੱਤੇ ਰਹਿੰਦੀ ਆ, ਸਾਰੀ ਉਮਰ ਉੱਥੇ ਕੱਢ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ ਉਵੇਂ ਸਾਡੀ ਸੁਰਤ ਨੀਵੀਂ ਹੋ ਜੇ, ਅਸੀਂ ਹੰਕਾਰ ਛੱਡ ਦਈਏ, ਝੋਲੀ ਅੱਡਣਾ ਸਿੱਖ ਲਈਏ, ਉਂਗਲ ਕਰਨ ਦੀ ਬਜਾਏ ਗੁਰੂ ਤੋਂ ਝੋਲੀ ਅੱਡੀਏ। ਤੂੰ ਮੈਨੂੰ ਗਿਆਨ ਦੇ, ਮੈਨੂੰ ਆਪਦੇ ਵਰਗਾ ਬਣਾ, ਮੈਨੂੰ ਉਹ ਸਿੱਖਿਆ ਦੇ ਜਿਹੜੀ ਤੂੰ ਦੇਣਾ ਚਾਹੁੰਦਾ। ਮੈਂ ਤੇਰੇ ਤੋਂ ਉਹ ਨਹੀਂ ਚੀਜ਼ ਮੰਗਦਾ ਜੋ ਮੈਨੂੰ ਚੰਗੀ ਲੱਗਦੀ ਹੈ, ਤੂੰ ਜਾਣਦਾ ਮੇਰੇ ਲਈ ਕੀ ਚੰਗਾ, ਤੂੰ ਮੈਨੂੰ ਉਹ ਦੇ ਦੇ। ਤੂੰ ਸਿਆਣਾ ਬਾਹਲਾ ਹੈ ਮੇਰੇ ਨਾਲੋਂ, ਮੇਰੀ ਕੀ ਅਕਲ ਆ, ਮੈਂ ਮੱਤ ਥੋੜ੍ਹੀ। ਬਾਣੀ ਕਹਿੰਦੀ ਸਾਡੀ ਮੱਤ ਹੀ ਥੋੜ੍ਹੀ ਹੈ, ਸਾਨੂੰ ਤਾਂ ਪਤਾ ਹੀ ਹੈ ਨਹੀਂ ਕਿਹੜੀ ਚੀਜ਼ ਚੰਗੀ ਹੈ ਕਿਹੜੀ ਨਹੀਂ ਚੰਗੀ। ਛੋਟਾ ਜਿਹਾ ਬੱਚਾ ਮਾਂ ਤੋਂ ਮੰਗਦਾ, ਉਹ ਮੰਗ ਕਰਦਾ ਮੈਨੂੰ ਚਾਕੂ ਦੇ ਦਿਓ, ਉਹ ਬੜਾ ਸੋਹਣਾ ਹਰੇ ਰੰਗ ਦਾ ਜਿਹੜਾ ਡੰਡੀ ਵਾਲਾ ਪਿਆ, ਮੈਂ ਤਾਂ ਉਹ ਲੈਣਾ। ਹੈ 2 ਸਾਲਾਂ ਦਾ ਬੱਚਾ, ਉਹਨੂੰ ਨਹੀਂ ਪਤਾ, ਹਜੇ ਨਹੀਂ ਅਕਲ, ਮਾਂ ਉਹਨੂੰ ਨਹੀਂ ਦਿੰਦੀ, ਰੋਣ ਲੱਗ ਜਾਂਦਾ, ਹੱਥ ਖੜੇ ਕਰਕੇ ਰੋਂਦਾ, ਲਿਟਣ ਲੱਗ ਜਾਂਦਾ। ਫਿਰ ਮਾਂ ਉਹਨੂੰ ਚੱਕ ਲੈਂਦੀ ਹੈ, ਸਮਝਾਉਂਦੀ ਹੈ, ਗੱਲ ਨਾਲ ਲਾ ਲੈਂਦੀ, ਫਿਰ ਵੀ ਨਹੀਂ ਦਿੰਦੀ, ਕਿਉਂਕਿ ਉਹਨੂੰ ਪਤਾ ਇਹਨੇ ਉਂਗਲ ਵਢਾ ਲੈਣੀ ਹੈ। ਇਹ ਰੋਣੇ ਧੋਣੇ ਤਾਂ ਮੁੱਕ ਜਾਣਗੇ ਜੇ ਉਂਗਲ ਦੇ ਉੱਤੇ ਇਹਨੇ ਫੱਟ ਖਾ ਲਿਆ, ਜਾਂ ਉਂਗਲ ਉੱਤੇ ਚਾਕੂ ਵੱਜ ਗਿਆ, ਜਾਂ ਸਰੀਰ ਦਾ ਹੋਰ ਕੋਈ ਹਿੱਸਾ ਉੱਥੇ ਵੱਜ ਗਿਆ, ਉਹ ਬਾਹਲਾ ਨੁਕਸਾਨਦਾਇਕ ਹੈ। ਇਹ ਰੋਣ ਤੋਂ ਤਾਂ ਮੈਂ ਇਹਨੂੰ ਚੁੱਪ ਕਰਾ ਲਊ। ਅਸੀਂ ਸਾਰੇ ਜਾਣੇ ਉਸ ਛੋਟੇ ਬੱਚੇ ਦੀ ਨਿਆਈ ਹੈ ਜਿਹਨੂੰ ਹਜੇ ਨਹੀਂ ਪਤਾ ਮੇਰੇ ਲਈ ਕੀ ਚੰਗਾ ਕੀ ਮਾੜਾ। ਜਦੋਂ ਆਪਾਂ ਗੁਰੂ ਕੋਲ ਆਉਂਦੇ ਹਾਂ, ਆਪਣੀਆਂ ਮੰਗਾਂ ਬਹੁਤ ਹੁੰਦੀਆਂ, ਇੱਕ ਲੰਮੀ ਲਿਸਟ ਲੈ ਕੇ ਆਉਂਦਾ ਬੰਦਾ, ਮੈਨੂੰ ਆਹ ਦੇ ਦੇ, ਮੈਂ ਨੌਕਰੀ ਦੇ ਦੇ, ਮੈਂ ਫਲਾਨੀ ਥਾਂ ਉੱਤੇ ਵਗ ਕੇ ਕਾਮਯਾਬ ਹੋ ਜਾ, ਮੈਨੂੰ ਆਹ ਚੀਜ਼ ਮਿਲ ਜਾਣੀ ਚਾਹੀਦੀ ਆ, ਆਹ ਕੰਮ ਕੱਢ ਦੇ ਸਾਡਾ, ਫਲਾਨਾ ਘਰ ਲੈਣਾ ਆਪਾਂ, ਬੋਰ ਕਰਨਾ, ਕਨੈਕਸ਼ਨ ਦਵਾ ਦੇ, ਪਤਾ ਨਹੀਂ ਕਿਸ ਕਿਸ ਤਰ੍ਹਾਂ ਦੀਆਂ ਲੋਕ ਨਾ ਅਰਦਾਸਾਂ ਕਰਵਾਉਂਦੇ ਆ। ਉਦੋਂ ਪਤਾ ਲੱਗਦਾ ਠੀਕ ਹੈ, ਸੁੱਖ ਸ਼ਾਂਤੀ ਮੰਗਣੀ ਚਾਹੀਦੀ ਆ, ਗੁਰੂ ਦੇ ਨਾਲ ਜੁੜੇ ਰਹੋ, ਇਹ ਚੀਜ਼ ਤੁਸੀਂ ਆਪ ਮੰਗੋ, ਨਾਲੇ ਆਪਣੀ ਅਰਦਾਸ ਆਪ ਕਰਿਆ ਕਰੋ। ਜੇ ਕਰਵਾਉਣੀ ਵੀ ਪੈ ਜਾਂਦੀ ਹੈ, ਮੰਨ ਲਓ ਦੇਗ ਤੁਸੀਂ ਕਰਵਾਉਂਦੇ ਹੋ, ਫਿਰ ਵੀ ਉਦਣ ਆ ਕੇ ਅਰਦਾਸ ਆਪਣੀ ਆਪ ਕਰੋ, ਆਪ ਹੱਥ ਜੋੜੋ। ਤੁਸੀਂ ਜ਼ਿਆਦੇ ਜਾਣਦੇ ਹੋ, ਤੁਸੀਂ ਜ਼ਿਆਦੇ ਦਿਲੋਂ ਤੁਹਾਡੀ ਗੱਲ ਕਹਿ ਸਕਦੇ ਹੋ ਸਾਡੇ ਨਾਲੋਂ। ਅਸੀਂ ਸ਼ਬਦ ਬੋਲਾਂਗੇ, ਅਸੀਂ ਨਾਂ ਲੈ ਦਿਆਂਗੇ, ਤੁਸੀਂ ਆਪਦੀ ਵੇਦਨਾ ਦੱਸੋਗੇ, ਤੁਹਾਡੀ ਉਹ ਜ਼ਿਆਦੇ ਕੰਨ ਲਾ ਕੇ ਸੁਣੂਗਾ। ਸਾਨੂੰ ਇਹ ਗੱਲ ਕੋਈ ਨਹੀਂ ਦੱਸਦਾ, ਪਰ ਸੱਚਾਈ ਇਹੀ ਆ। ਜਦੋਂ ਤੁਸੀਂ ਹੱਥ ਜੋੜੇ, ਤੁਹਾਡੇ ਹੱਥ ਜੋੜਨ ਪਿੱਛੇ ਕਿੱਡੀ ਵੱਡੀ ਸ਼ਰਧਾ ਸਾਡੇ ਨਾਲੋਂ ਵੀ ਜ਼ਿਆਦਾ ਹੋਊਗੀ। ਤੁਸੀਂ ਜਦੋਂ ਗੋਲ ਗੋਲੇ ਖੜ ਕੇ ਹੱਥ ਜੋੜੋਗੇ, ਸਿਰ ਝੁਕਾਓਗੇ, ਅੱਖਾਂ ਤੁਹਾਡੀਆਂ ਬੰਦ ਹੈ, ਜਦੋਂ ਤੁਸੀਂ ਆਖੋਗੇ ਵੀ ਪਾਤਸ਼ਾਹ ਕਿਰਪਾ ਕਰ, ਤੁਹਾਡਾ ਪਾਤਸ਼ਾਹ ਕਹਿਣ 'ਚ, ਕਿਰਪਾ 'ਚ, ਉਹ ਸਾਰਾ ਜਿਹੜਾ ਮੋਹ ਆ ਉਹ ਸਾਡੇ ਅੰਦਰ ਉਹ ਨਹੀਂ ਪੈਦਾ ਹੋ ਸਕਦਾ, ਕਿਉਂਕਿ ਅਸੀਂ ਤਾਂ ਸ਼ਬਦ ਬੋਲਾਂਗੇ, ਠੀਕ ਹੈ, ਸਾਡੀ ਡਿਊਟੀ ਆ। ਪਰ ਸੱਚਾਈ ਇਹ ਆ, ਗੁਰਬਾਣੀ ਇਹ ਕਹਿੰਦੀ ਆ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਆਪਣੀ ਗੱਲ ਆਪ ਕਹਿਣੀ ਗੁਰੂ ਨੂੰ ਸਿੱਖੋ, ਬਾਣੀ ਕਹਿੰਦੀ ਆਪ ਹੱਥ ਜੋੜੋ, ਆਪ ਗੱਲ ਦੱਸੋ, ਵਿਚੋਲਾ ਨਾ ਪਾਓ, ਚੰਗੀ ਗੱਲ ਆ, ਰਹੋ ਵਿਚਾਰ ਹੈ। ਗੁਰੂ ਸਾਹਿਬ ਮਹਾਰਾਜ ਜਿੱਥੋਂ ਗੱਲ ਕਰ ਰਹੇ ਆ, ਛੋਟਾ ਜਿਹਾ ਬੱਚਾ ਜਿਸ ਤਰੀਕੇ ਨਾਲ ਮਾਂ ਉਹਨੂੰ ਚਾਕੂ ਨਹੀਂ ਦਿੰਦੀ, ਗੁਰੂ ਸਾਹਿਬ ਜਾਂ ਪ੍ਰਮਾਤਮਾ ਕਹਿ ਲਓ, ਇਸ ਜਗਤ ਵਿੱਚ ਸਾਨੂੰ ਉਹੀ ਦਿੰਦਾ ਜੋ ਸਾਡੇ ਲਈ ਜ਼ਰੂਰੀ ਹੈ, ਤੇ ਸਹੀ ਸਮੇਂ ਉੱਤੇ ਉਹ ਚੀਜ਼ ਦਿੰਦਾ ਹੈ ਜਦੋਂ ਉਹਨੂੰ ਪਤਾ ਲੱਗਦਾ ਵੀ ਇਹਨੂੰ ਨੁਕਸਾਨਦਾਇਕ ਨਹੀਂ ਗੀ, ਇਹ ਹੋ ਗਿਆ ਇੰਨੇ ਜੋਗਾ, ਹੁਣ ਇਹ ਡਿਜ਼ਰਵ ਕਰਦਾ, ਹੁਣ ਇਹਨੂੰ ਦੇ ਦਈਏ ਤਾਂ ਕੋਈ ਇਹਦੇ ਵਿੱਚ ਇਹਨੂੰ ਔਖਿਆਈ ਨਹੀਂ ਕਰਨੀ ਇਹਨੇ। ਜਿਹੜੀ ਮਾਂ ਹੈ, ਜੇ ਉਹ ਜ਼ਿਆਦਾ ਬੱਚੇ ਨਾਲ ਮੋਹ ਕਰਦੀ ਹੈ, ਉਹ ਚਾਕੂ ਫੜਾ ਦਿੰਦੀ ਵੀ ਕੁਛ ਨਹੀਂ ਹੁੰਦਾ, ਫਿਰ ਉਹ ਹੱਥ ਵਡਾ ਲੈਂਦਾ। ਕਈ ਵਾਰ ਪ੍ਰਮਾਤਮਾ ਸਮਾਜ ਵਿੱਚ, ਦੁਨੀਆ ਵਿੱਚ ਲੋਕਾਂ ਨੂੰ ਕਈ ਵਾਰੀ ਦੇ ਵੀ ਦਿੰਦਾ, ਜਦੋਂ ਕੁਛ ਬਾਹਲਾ ਦੇ ਦਿੰਦਾ ਜ਼ਰੂਰਤ ਤੋਂ, ਤਾਂ ਇਹੋ ਜਿਹੇ ਘਰਾਂ ਦਾ ਹਾਲ ਦੇਖ ਲਿਓ। ਫਿਰ ਜਿਨ੍ਹਾਂ ਕੋਲੇ ਅਕਲ ਥੋੜ੍ਹੀ ਆ ਲੇਕਿਨ ਮਿਲ ਬਾਹਲਾ ਗਿਆ, ਫਿਰ ਸਮਝਦਾ ਨਹੀਂ, ਡੁੱਲ ਡੁੱਲ ਪੈਂਦਾ। ਭਾਂਡੇ 'ਚ ਦੁੱਧ ਬਾਹਲਾ ਪੈ ਜੇ, ਭਾਂਡਾ ਛੋਟਾ ਹੋਵੇ, ਫਿਰ ਫਰਸ਼ ਉੱਤੇ ਡੁੱਲਦਾ, ਕੰਮ ਵੱਧਦਾ ਜਾਂਦਾ। ਜਿਹੜੀ ਰਸੋਈ ਵਿੱਚ ਰੱਖਿਆ, ਜਿਹੜੇ ਭਾਂਡਾ ਉੱਤੇ ਦਿੱਤਾ ਉਹਦੇ ਨਾਲ ਲੱਗ ਗਿਆ, ਜਿਹੜਾ ਕੱਪੜਾ ਦਿੱਤਾ ਉਹ ਵੀ ਭਿੱਜ ਗਿਆ, ਕੰਮ ਵੱਧਦਾ ਬਾਹਲਾ ਹੈ। ਉਹ ਦੁੱਧ ਘੱਟ, ਕੰਮ ਘੱਟ ਆਉਂਦਾ, ਕੰਮ ਉਹਦੇ ਨਾਲ ਖਰਾਬ ਵਾਲਾ ਹੁੰਦਾ। ਪਰ ਜਿੰਨਾ ਕੁ ਲੋੜ ਹੈ ਜੇ ਉਨੀ ਕੁ ਦਾ ਪਾਵੇ, ਫਿਰ ਉਹ ਸਰਕਲ ਹੈ ਜਿਹੜਾ ਕੰਮ ਚੱਲਦਾ ਰਹਿੰਦਾ। ਗੁਰੂ ਸਾਨੂੰ ਉਹੀ ਦਿੰਦਾ ਹੈ ਜੋ ਸਾਡੇ ਲਈ ਜ਼ਰੂਰੀ ਹੈ।
ਵਾਧੂ ਦੀਆਂ ਚੀਜ਼ਾਂ ਰੋਣ ਪਿੱਟਣ ਦੇ ਕਾਰਨ ਵੀ ਨਹੀਂ ਦਿੰਦਾ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਹੁਣ ਪਾਤਸ਼ਾਹ ਕੀ ਕਹਿੰਦੇ, ਇੰਨੇ ਨੀਵੇਂ ਹੋ ਕੇ ਤੁਰੋ ਦੁਨੀਆ 'ਚ, ਸਾਰੀ ਸੰਸਾਰ ਦੇ ਵਿੱਚ ਨੀਵੇਂ ਹੋ ਕੇ ਰਹੋ, ਨੀਵੀਂ, ਤਾਂ ਕਿ ਨੀਵਿਆਂ ਨੂੰ ਉਹ ਭਰ ਸਕੇ। ਨੀਵੇਂ ਭਾਂਡੇ, ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦੋਂ ਭਾਂਡਾ ਸਿੱਧਾ ਹੁੰਦਾ ਹੈ ਤੇ ਲੈਣ ਵਾਲੇ ਦੇ ਸਾਹਮਣੇ ਨੀਵੇਂ ਹੋ ਕੇ ਖੜਦੇ ਆ ਤਾਂ ਭਾਂਡਾ ਭਰ ਦਿੱਤਾ ਜਾਂਦਾ। ਸਾਡੇ ਕੋਲੋਂ ਕੋਈ ਚੀਜ਼ ਲੈਣ ਆ ਜੇ, ਮੰਨ ਲਓ ਤੁਹਾਡੇ ਕੋਲ ਇੱਕ ਟੋਕਰਾ ਪੱਠਿਆਂ ਦਾ ਲੈਣ ਆ ਜੇ ਤੁਹਾਡੇ ਘਰੇ, ਤੇ ਕੋਠੇ ਤੇ ਚੜ੍ਹ ਕੇ ਸਿਰ ਦੇ ਉੱਤੇ ਰੱਖ ਕੇ ਟੋਕਰਾ ਤੁਹਾਨੂੰ ਆਖੇ ਵੀ ਇਹਦੇ 'ਚ ਪਾ ਦੇ, ਤੁਸੀਂ ਥੱਲੇ ਖੜੇ ਹੋ, ਕਿਵੇਂ ਪਾਓਗੇ? ਇਹ ਤਾਂ ਹੈ ਨਹੀਂ ਵੀ ਇੱਥੋਂ ਚਲਾ ਕੇ ਵਿੱਚ ਰੁੱਗ ਜਾ ਭਰਿਆ ਤੇ ਐ ਹਵਾ 'ਚ ਉਛਾਲਤਾ ਜਾ ਕੇ ਟੋਕਰੇ 'ਚ ਪੈ ਜਾਊ, ਇਹ ਤਾਂ ਹੋ ਨਹੀਂ ਸਕਦਾ। ਹੁਣ ਉਹਨੂੰ ਲੈਣ ਵਾਸਤੇ ਨੀਵਾਂ ਆਉਣਾ ਪਊ, ਪੌੜੀਆਂ ਉਤਰਨਾ ਪਊ, ਧਰਤੀ ਤੇ ਆਉਣਾ ਪਊ। ਫਿਰ ਤੁਸੀਂ ਖੜੇ ਹੋ ਕੇ ਜੇ ਪਾਉਣਾ, ਮੰਨ ਲਓ ਕਿਸੇ ਚੀਜ਼ ਨਾਲ ਬੱਠਲ ਨਾ ਪਾਓ, ਤੁਸੀਂ ਖੜੇ ਹੋ ਬੈਠਾ ਟੋਕਰਾ ਲੈ ਕੇ, ਫੇਰ ਹੋ ਸਕਦਾ। ਲੈਣ ਵਾਲੇ ਨੀਵੇਂ ਖੜਦੇ ਆ, ਲੈਣ ਵਾਲਿਆਂ ਨੂੰ ਨੀਵੇਂ ਬੈਠਣਾ ਪੈਂਦਾ, ਝੁਕਣਾ ਪੈਂਦਾ, ਦੇਣ ਵਾਲੇ ਤਾਂ ਖੜ ਦਿੰਦੇ ਆ। ਗੁਰੂ ਸਾਹਿਬ ਕਹਿੰਦੇ ਪਰਮਾਤਮਾ ਜੋ ਦਾਤਾਂ ਦਿੰਦਾ ਹੈ ਉਹਦੇ ਸਾਹਮਣੇ ਜਿਵੇਂ ਨਾਗਣ ਧਰਤੀ ਉੱਤੇ ਵਸਦੀ ਆ, ਸਾਡੀ ਸੁਰਤ ਇੰਨੀ ਨੀਵੀਂ ਹੋ ਜੇ, ਤੁਸੀਂ ਇੰਨੇ ਨੀਵੇਂ ਹੋ ਕੇ ਤੁਰੋ, ਇੰਨੀ ਨਿਵਾਣਤਾ, ਇੰਨਾ ਨਿਵਣ ਗੁਣ ਆ ਜੇ। ਭਗਤ ਫਰੀਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਮੇਰਾ ਜਿਹੜਾ ਸਹੁ ਹੈ ਪਤੀ ਪਰਮਾਤਮਾ ਵਸ 'ਚ ਕਿਵੇਂ ਆਊ? ਕਹਿੰਦੇ ਨਿਵਣ ਸੋ ਅੱਖਰ ਖਾਵਣ ਗੁਣ ਜਿਹਵਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਜੇ ਪਰਮਾਤਮਾ ਨੂੰ ਵਸ 'ਚ ਕਰਨਾ, ਤਿੰਨ ਚੀਜ਼ਾਂ ਸਿੱਖ ਲਾ। ਨਿਵਣ ਸੋ ਅੱਖਰ, ਨੀਵੀਂ ਹੋ ਕੇ ਤੁਰਿਆ ਕਰ, ਹੰਕਾਰ ਛੱਡ ਦੇ, ਉਹਦੀ ਜੋ ਪਰਮਾਤਮਾ ਕਰਦਾ ਉਹਦਾ ਕ੍ਰੈਡਿਟ ਉਹਨੂੰ ਦੇ ਦੇ, ਉਹਦੇ ਤੇ ਆਪਦੀ ਮੋਹਰ ਨਾ ਲਾਇਆ ਕਰ, ਉਹਦੇ ਹੁਕਮ ਤੇ ਹੱਥ ਜੋੜਨੇ ਸਿੱਖ ਲਾ, ਨੀਵਾਂ ਹੋ ਕੇ ਆਪਦਾ ਸਿਰ ਝੁਕਾਉਣਾ ਉਹਦੇ ਸਾਹਮਣੇ ਸਿੱਖ ਲਾ। ਪਹਿਲੀ ਗੱਲ ਇਹ ਹੈ। ਨਿਵਣ ਸੋ ਅੱਖਰ ਖਾਵਣ ਗੁਣ, ਖਿਮਾ ਕਰ ਦੇ। ਜਿਹੜੇ ਲੋਕ, ਜਿਹੜੇ ਅੱਜ ਤੱਕ ਜਿਹਨੇ ਤੇਰੇ ਨਾਲ ਮਾੜਾ ਕੀਤਾ, ਤੂੰ ਹੁਣ ਉਹ ਕਰ ਤਾਂ ਕੁਛ ਸਕਦਾ ਨਹੀਂ, ਉਹ ਗੱਲਾਂ ਮਨ ਵਿੱਚ ਰੱਖਣ ਦੀ ਬਜਾਏ ਉਹਨਾਂ ਨੂੰ ਮਾਫ਼ ਕਰ ਦੇ, ਬਾਹਲਾ ਸੌਖਾ ਹੋ ਜਾਏਗਾ ਤੂੰ। ਇੱਕ ਬੰਦਾ ਉਹ ਹੈ ਜਿਹਦੇ ਨਾਲ ਕਿਸੇ ਨੇ 15 ਸਾਲ ਪਹਿਲਾਂ ਮਾੜਾ ਕੀਤਾ ਸੀ, ਉਹ ਬੰਦਾ ਦੁਨੀਆ ਛੱਡ ਕੇ ਵੀ ਜਾ ਵੜਿਆ। ਇਹ ਬੰਦਾ ਜਿਹਦੇ ਨਾਲ ਮਾੜਾ ਹੋਇਆ ਸੀ, ਇਹ ਰਾਤ ਨੂੰ ਰੋਜ਼ ਉਸ ਚੀਜ਼ ਬਾਰੇ ਸੋਚਦਾ, ਔਖਾ ਹੋ ਹੀ ਜਾਂਦਾ, ਨਾਲੇ ਗਾਂਹ ਵੀ ਬਹੁਤ ਵੱਧ ਗਿਆ। ਇਹਨੂੰ ਪਤਾ ਵੀ ਅੱਜ ਆਪਣੇ ਕੋਲ ਸਾਰਾ ਕੁਛ ਹੈ, ਪਰ ਉਹ ਯਾਦ ਨਹੀਂ ਭੁੱਲਦੀ। ਕਿਉਂ ਨਹੀਂ ਭੁੱਲਦੀ? ਗੁਰੂ ਸਾਹਿਬ ਕਹਿੰਦੇ ਤੂੰ ਖਿਮਾ ਨਹੀਂ ਕੀਤਾ, ਮਾਫ਼ ਕਰ ਦੇ। ਉਹ ਤਾਂ ਚਲਿਆ ਗਿਆ, ਹੁਣ ਤੂੰ ਮਾੜਾ ਵੀ ਨਹੀਂ ਕਰ ਸਕਦਾ ਉਹਦਾ, ਜਾਂ ਤੂੰ ਬਦਲਾ ਵੀ ਨਹੀਂ ਲੈ ਸਕਦਾ, ਬਦਲਾ ਲੈਣਾ ਵੀ ਨਹੀਂ ਚਾਹੀਦਾ। ਜੋ ਬਣਦੀ, ਜੋ ਲੀਗਲ ਆ ਉਹ ਕੀਤਾ ਜਾ ਸਕਦਾ ਸੀਗਾ, ਲੇਕਿਨ ਗੁਰੂ ਸਾਹਿਬ ਕਹਿੰਦੇ ਜੇ ਤੂੰ ਆਪਣੇ ਮਨ ਵਿੱਚ ਇਹ ਕਹਿ ਦੇ ਵੀ ਚਲੋ ਜੋ ਵੀ ਉਹਦੇ ਤੋਂ ਹੋਇਆ ਮੈਂ ਉਹਨੂੰ ਬਖਸ਼ਦਾ, ਮਾਫ਼ ਕਰਦਾ, ਨਾਲ ਦੀ ਨਾਲ ਮਨ ਉਹਦੇ ਤੋਂ ਛੁੱਟ ਜੂਗਾ, ਆਜ਼ਾਦ ਹੋ ਜੂਗਾ, ਤੂੰ ਸੌਖਾ ਹੋ ਜਾਏਗਾ। ਤੇਰੇ ਵਾਸਤੇ ਇਹ ਨਿਵਣ ਸੋ ਅੱਖਰ ਖਾਵਣ ਗੁਣ ਜਿਹਬਾ ਮਣੀਆਂ ਮੰਤ, ਤੇ ਜੀਵ ਨੂੰ ਮਣੀਆਂ ਮੰਤ ਲਾ ਲਾ, ਚੰਗੇ ਸ਼ਬਦ ਬੋਲਿਆ ਕਰ, ਗੁਰੂ ਤੋਂ ਸਿੱਖਿਆ ਲੈ ਲਾ ਕੀ ਬੋਲਣਾ ਤੇ ਕੀ ਛੱਡਣਾ। ਜਿਹਦੇ ਜਿਹਬਾ ਮਣੀਆਂ ਮੰਤ, ਜਿਹਨੇ ਆਪਣੀ ਜੀਭ ਉੱਤੇ ਮਣੀਆਂ ਰੱਖ ਲਈਆਂ, ਹੀਰੇ ਜਵਾਹਰਾਤ ਰੱਖ ਲਏ, ਫਿਰ ਉਹ ਕਿਸੇ ਨੂੰ ਮਾੜਾ ਕਿਵੇਂ ਆਖੂ? ਚੰਗਾ ਆਖੂ, ਚੰਗੀ ਸਲਾਹ ਦੇਊ, ਚੰਗਾ ਇਸ਼ਾਰਾ ਦੇਊ ਵੀ ਭਾਈ ਅੱਗੇ ਜ਼ਿੰਦਗੀ 'ਚ ਕੀ ਕਰੋ, ਸਾਰਿਆਂ ਦਾ ਚੰਗਾ ਲੋਚੂਗਾ। ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਇਹ ਤਿੰਨ ਗੁਣ ਅਪਣਾ ਲਾ ਤਾਂ ਵਸ ਆਵੀ ਕੰਤ, ਰੱਬ ਤੇਰੇ ਮਗਰ ਤੁਰਿਆ ਫਿਰੂ। ਕਬੀਰ ਸਾਹਿਬ ਕਹਿੰਦੇ ਪਾਛੇ ਲਾਗੋ ਹਰ ਫਿਰੈ, ਬਾਣੀ ਦੀ ਤੁਕ ਹੈ। ਕਬੀਰ ਸਾਹਿਬ ਕਹਿੰਦੇ ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿੰਦੇ ਜਦੋਂ ਕੋਈ ਸਮਾਂ ਸੀ ਮੈਂ ਕਹਿੰਦਾ ਸੀ ਵੀ ਪਰਮਾਤਮਾ ਰਾਮ ਪਰਮਾਤਮਾ ਐਂ ਕਰਦਾ ਫਿਰਦਾ ਸੀ ਤੇ ਰੱਬ ਮੇਰੇ ਅੱਗੇ ਤੁਰਿਆ ਫਿਰਦਾ ਸੀ, ਪਰ ਜਦੋਂ ਮੈਨੂੰ ਗੁਰੂ ਨੇ ਜੁਗਤੀ ਦੱਸਤੀ ਵੀ ਤਿੰਨ ਗੁਣ ਅਪਣਾ ਲਾ ਜ਼ਿੰਦਗੀ ਦੇ ਵਿੱਚ, ਉਹ ਤਾਂ ਗੁਣਾਂ ਦੇ ਪਿੱਛੇ ਤੁਰਦਾ, ਉਹਦਾ ਗੁਣਾਂ ਦਾ ਭੁੱਖਾ। ਮੈਂ ਜਦੋਂ ਗੁਣ ਅਪਣਾਏ, ਖਿਮਾ ਕਰ ਲੱਗ ਗਿਆ, ਨੀਵਾਂ ਹੋ ਕੇ ਤੁਰਦਾ, ਜਿਵੇਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨਾਗਣ ਹੋਣ ਵਾਸਤੇ ਕਹਿੰਦੇ ਆਪਾਂ ਨੂੰ, ਐਂ ਕਰਕੇ ਆਪਣੀ ਸੁਰਤ ਨੀਵੀਂ ਹੋ ਕੇ ਤੁਰਨ ਲੱਗ ਗਈ। ਤੇ ਮੈਂ ਜਦੋਂ ਮਿੱਠਾ ਬੋਲਣ ਲੱਗ ਗਿਆ, ਕਬੀਰ ਸਾਹਿਬ ਕਹਿੰਦੇ ਗੱਲ ਬਣ ਗਈ। ਪਾਛੇ ਲਾਗੋ ਹਰ ਫਿਰੈ, ਮੇਰੇ ਤਾਂ ਪਰਮਾਤਮਾ ਪਿੱਛੇ ਤੁਰਿਆ ਫਿਰਦਾ। ਕਹਿਤ ਕਬੀਰ ਕਬੀਰ, ਕਹਿੰਦਾ ਫਿਰ ਮੈਨੂੰ ਮਗਰੋਂ ਜਿਉਂ ਕਹਿੰਦਾ ਕਬੀਰ ਰੁਕ ਕੇ ਗੱਲ ਤਾਂ ਸੁਣ ਲਾ, ਕਹਿੰਦਾ ਮੈਂ ਵੀ ਹੁਣ ਮਜ਼ਾਕ ਕਰਦਾ, ਆਪਾਂ ਤਾਂ ਆਪ ਪਹਿਲਾਂ ਵਾਲੀ, ਮੈਂ ਤੇਰੇ ਮਗਰ ਪਿੱਛੇ ਲੱਗਿਆ ਸੀ ਉਦੋਂ ਤੂੰ ਨਹੀਂ ਸੀ ਸੁਣਦਾ, ਹੁਣ ਮੈਂ ਨਹੀਂ ਸੁਣਦਾ, ਕਹਿੰਦਾ ਮੈਂ ਅੱਗੇ ਅੱਗੇ ਤੁਰਿਆ ਫਿਰਦਾ। ਇਹ ਉਹਨੇ ਆਪਣੀ ਭਾਵਨਾ ਦੱਸੀ, ਇੱਕ ਪ੍ਰੇਮ ਜ਼ਾਹਰ ਕੀਤਾ ਵੀ ਜੇ ਤੁਸੀਂ ਗੁਣ ਅਪਣਾ ਲੈਂਦੇ ਹੋ ਤਾਂ ਪਰਮਾਤਮਾ ਦੀ ਨਿਗਾਹ 'ਚ ਇੰਨੇ ਵੱਡੇ ਹੋ ਜਾਂਦੇ ਹੋ। ਸਾਨੂੰ ਪਰਮਾਤਮਾ ਸਾਡੇ ਪਿੱਛੇ ਆਉਂਦਾ, ਅਸੀਂ ਅੱਗੇ ਅੱਗੇ ਹੋ ਜਾਂਦੇ ਉਹਦੇ ਤੋਂ, ਜੇ ਗੁਣ ਅਪਣਾ ਲਈਏ। ਇੰਨੀ ਮਹਿਮਾ ਹੈ ਜੇ ਆਪਣੇ ਅੰਦਰ ਤੁਸੀਂ ਕੁਆਲਿਟੀਆਂ ਰੱਖੋਗੇ।
ਜੇ ਤੁਸੀਂ ਬੀ ਲੈਣ ਜਾਂਦੇ ਹੋ ਖੇਤੀ ਵਾਸਤੇ, ਸੜੇ ਗਲੇ ਤਾਂ ਨਹੀਂ ਲੈ ਕੇ ਆਉਂਦੇ। ਪੁੱਛਦੇ ਹੋ ਵੀ ਕਿੰਨਾ ਕੁ ਝਾੜ ਨਿਕਲੂਗਾ। ਕੀ ਪੁੱਛ ਰਹੇ ਹੋ ਉੱਥੇ? ਤੁਸੀਂ ਗੁਣ ਪੁੱਛ ਰਹੇ ਹੋ। ਜਿਹੜੇ ਬੀਆਂ 'ਚ ਜ਼ਿਆਦੇ ਗੁਣ ਹੈ, ਜ਼ਿਆਦੇ, ਜਿਹਦੇ 'ਚੋਂ ਕਣਕ ਦਾ ਜਦੋਂ ਤੁਸੀਂ ਬੀ ਲੈ ਕੇ ਆਉਂਦੇ ਵੀ ਪਰਾਲੀ ਕਿੰਨੀ ਕੁ ਹੋਊਗੀ ਇਹਦੀ, ਇਹਦੇ ਤੋਂ ਦਾਣੇ ਕਿੰਨੇ ਕੁ ਲੱਗਣਗੇ, ਬੱਲੀਆਂ ਕਿੰਨੀਆਂ ਕੁ ਹੁੰਦੀਆਂ, ਝਾੜ ਕਿੰਨਾ, ਸਾਰਾ ਕੁਛ ਪੁੱਛ ਲਿਆ। ਸਾਰੇ ਗੁਣ ਪਰਖੇ ਫਿਰ ਖਰੀਦ ਕੇ ਲੈ ਕੇ ਆਉਂਦੇ ਹੋ। ਤੇ ਇਸ ਦੁਨੀਆ ਵਿੱਚੋਂ ਉਹੀ ਪ੍ਰਮਾਤਮਾ ਦੀ ਦਰਗਾਹ 'ਚ ਵਿਕਦਾ। ਇਹ ਪ੍ਰਮਾਤਮਾ ਦੀ ਦਰਗਾਹ ਹੈ। ਜੋ ਬੰਦਾ ਜਿਹਦੇ 'ਚ ਗੁਣ ਹੁੰਦੇ ਆ ਉਹਨੂੰ ਪਰਖਿਆ ਜਾਂਦਾ ਵੀ ਖਿਮਾ ਹੈਗੀ ਆ, ਨੀਵਾਂ ਹੋ ਕੇ ਤੁਰਦਾ, ਪ੍ਰਮਾਤਮਾ ਦੇ ਨਾਲ ਜੁੜਿਆ, ਜੇਬਾਂ ਮਣੀਆਂ ਮੰਤ ਚੰਗੇ ਬੋਲ ਬੋਲਦਾ ਕਿ ਨਹੀਂ। ਗੁਰੂ ਸਾਹਿਬ ਕਹਿੰਦੇ ਨਾਗਣ ਹੋਵਾਂ ਧਰ ਵਸਾਂ, ਸ਼ਬਦ ਵਸੈ ਭਉ ਜਾਏ। ਤੇ ਜਦੋਂ ਗੁਰੂ ਦਾ ਸ਼ਬਦ ਮੇਰੇ ਹਿਰਦੇ 'ਚ ਵਸ ਜੇ, ਨੀਵਾਂ ਹੁੰਦੇ ਹੋਏ, ਭਉ ਜਾਵੜੇ, ਡਰ ਦੂਰ ਹੋ ਜਾਂਦੇ। ਫਿਰ ਬੰਦਾ ਖੁੱਲ੍ਹ ਕੇ ਬੇਪਰਵਾਹੀਆਂ 'ਚ ਜਿਉਂਦਾ। ਫਿਰ ਉਹਨੂੰ ਪਤਾ ਹੈ ਮਾੜਾ ਚੰਗਾ ਹੋਣਾ ਤੇ ਇਹਨੂੰ ਕੋਈ ਰੋਕ ਨਹੀਂ ਸਕਦਾ, ਪਰ ਉਹ ਅੰਦਰੋਂ ਡੋਲਦਾ ਨਹੀਂ, ਖੜਾ ਰਹਿੰਦਾ, ਸਥਿਰਤਾ ਆ ਜਾਂਦੀ ਉਹਦੇ ਅੰਦਰ। ਆਖਰੀ ਤੁਕ ਵਿੱਚ ਪਾਤਸ਼ਾਹ ਕੀ ਕਹਿੰਦੇ ਆ? ਨਾਨਕ ਸਦਾ ਸੁਹਾਗਣੀ। ਜੋ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਸਦਾ ਦੇ ਸੁਹਾਗਣ ਹੋ ਜਾਂਦੇ। ਉਹ ਲੋਕ ਹਮੇਸ਼ਾ ਵਾਸਤੇ ਸੁਖੀ ਹੋ ਜਾਂਦੇ ਆ। ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ। ਉਹ ਪ੍ਰਮਾਤਮਾ ਰੂਪੀ ਜੋਤੀ ਦੇ ਵਿੱਚ, ਜਿਵੇਂ ਇੱਕ ਦੀਵੇ, ਦੋ ਦੀਵੇ ਆ, ਤੁਸੀਂ ਕਮਰੇ 'ਚ ਜਗਾ ਰੱਖੇ ਆ, ਦੋਵਾਂ ਨੂੰ ਇੱਕੋ ਟਾਣ ਉੱਤੇ ਰੱਖ ਕੇ ਉਹਨਾਂ ਦੀ ਬੱਤੀ ਇਕੱਠੀ ਕਰਤੀ ਤਾਂ ਲੋ ਇੱਕ ਬਣ ਜਾਂਦੀ ਹੈ। ਦੀਵੇ ਦੋ ਆ, ਇੱਕ ਲੋ ਬਣ ਗਈ। ਇਸ ਤਰੀਕੇ ਨਾਲ ਪ੍ਰਮਾਤਮਾ ਤੇ ਜਿਵੇਂ ਅਸੀਂ ਅੱਡ ਅੱਡ ਹੁੰਦੇ ਹਾਂ, ਲੇਕਿਨ ਗੁਰੂ ਦੀ ਸਿੱਖਿਆ ਦਾ ਸਦਕਾ ਸਾਡੀ ਤੇ ਪ੍ਰਮਾਤਮਾ ਰੂਪੀ ਲੋ ਹੈ ਜਿਹੜੀ ਉਹ ਇੱਕ ਹੋ ਜਾਂਦੀ ਹੈ। ਇੱਕ ਮਿੱਕਤਾ ਉਹਦੇ ਨਾਲ ਸਾਡੀ ਬਣ ਜਾਂਦੀ ਹੈ, ਜੋ ਕਦੇ ਵੀ ਸਾਨੂੰ ਛੱਡ ਕੇ ਨਹੀਂ ਜਾਂਦਾ। ਸ਼ਬਦ ਦੀ ਸੰਪੂਰਨਤਾ ਹੀ ਹੈ। ਭੁੱਲਾਂ ਗਲਤੀਆਂ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।